ਸੈਯਦ ਵਾਰਿਸ ਸ਼ਾਹ ਹੋਰਾਂ ਨੇ ਹੀਰ ਰਾਂਝੇ ਦੇ ਕਿੱਸੇ ਨੂੰ ਇੰਝ ਲਿਖਿਆ ਹੈ। ਤਖਤ ਹਜ਼ਾਰਾ, ਜ਼ਿਲ੍ਹਾ ਸਰਗੋਦਾ। ਇੱਕ ਚੰਗਾ ਖਾਂਦਾ ਪੀਂਦਾ ਚੌਧਰੀ ਮੌਜੂ ਮੋਚਦੀਨ ਜਾਂ ਮੌਜ਼ਮਦੀਨ, ਜਿਹਦੇ 8 ਪੁੱਤਰ ਤੇ 2 ਧੀਆਂ ਸਨ। ਸਭ ਤੋਂ ਛੋਟੇ ਪੁੱਤਰ ਦਾ ਨਾਂ ਧੀਦੋ ਸੀ। ਇਹਨਾਂ ਦੀ ਕੌਮ ਰਾਂਝੇ ਜੱਟ ਵੀ ਅਖਵਾਂਦੇ ਨੇ ਤੇ ਰਾਜਪੂਤ ਵੀ। ਮੌਜੂ ਦਾ ਧੀਦੋ ਨਾਲ ਬਹੁਤਾ ਪਿਆਰ ਸੀ। ਜਦੋਂ ਮਰ ਗਿਆ, ਧੀਦੋ ਨੂੰ ਭਰਾਵਾਂ ਬੜਾ ਤੰਗ ਕੀਤਾ। ਫਿਰ ਕਾਜ਼ੀ ਨੂੰ ਬੁਲਾ ਕੇ ਜ਼ਮੀਨ ਵੰਡ ਦਿੱਤੀ। ਜਿਹੜੀ ਸਭ ਤੋਂ ਭੈੜੀ ਜ਼ਮੀਨ ਸੀ ਉਹ ਰਾਂਝੇ ਨੂੰ ਦਿੱਤੀ। ਰਾਂਝਾ ਲਾਡਾਂ ਦਾ ਪਲਿਆ ਹੋਇਆ, ਚੰਗਾ ਖਾਣ ਤੇ ਚੰਗਾ ਪਹਿਨਣ ਦਾ ਸ਼ੌਕੀਨ, ਪੱਕੀ ਹਾਂਡੀ ਵਿੱਚ 100 ਐਬ ਕੱਢਦਾ, ਆਪ ਹਲ ਵੀ ਵਾਹ ਨਹੀਂ ਸੀ ਸਕਦਾ। ਭਰਜਾਈਆਂ ਤਾਨੇ ਦਿੰਦੀਆਂ ਤੇ ਮਿਹਣੇ ਮਾਰਦੀਆਂ ਨੇ, ਜੇ ਸਾਡੀ ਪੱਕੀ ਪਸੰਦ ਨਹੀਂ ਤੇ ਜਾ ਸਿਆਲਾਂ ਦੀ ਹੀਰ ਵਿਆਹ ਲਿਆ। ਰਾਂਝੇ ਭਰਜਾਈਆਂ ਨੂੰ ਕਹਿੰਦਾ ਏ, ਹੁਣ ਹੀਰ ਸਿਆਲ ਹੀ ਵਿਆਹ ਕੇ ਲਿਆਵਾਂਗਾ ਤੇ ਉਹਦੀਆਂ ਹੀ ਪੱਕੀਆਂ ਖਾਵਾਂਗਾ। ਤਖਤ ਹਜ਼ਾਰਾ ਛੱਡਣ ਤੇ ਤਿਆਰ ਹੋ ਜਾਂਦਾ ਏ। ਭਰਾਵਾਂ ਨੂੰ ਤਰਸ ਆਉਂਦਾ ਏ ਤੇ ਭਰਜਾਈਆਂ ਵੀ ਸਮਝਾਉਂਦੀਆਂ ਨੇ, ਮਨਾ ਕਰਦੀਆਂ ਨੇ, ਪਰ ਹੁਣ ਉਹ ਕਿਸੇ ਦੀ ਗੱਲ ਨਹੀਂ ਮੰਨਣ ਲੱਗਾ। ਉਹ ਘਰੋਂ ਨਿਕਲ ਜਾਂਦਾ ਏ। ਰਾਤ ਇੱਕ ਮਸੀਤ ਵਿੱਚ ਆ ਕੇ ਰਹਿੰਦਾ ਏ। ਮਸੀਤ ਦੇ ਮੁੱਲਾਂ ਨਾਲ ਝੜਪ ਹੁੰਦੀ ਏ। ਮੁੱਲਾ ਇਸ ਸ਼ਰਤ ਤੇ ਮਸੀਤ ਵਿੱਚ ਸੌਣ ਰਹਿਣ ਦੀ ਇਜਾਜ਼ਤ ਦਿੰਦਾ ਏ ਕਿ ਸਵੇਰ ਹੋਣ ਤੋਂ ਪਹਿਲਾਂ ਹੀ ਟੁਰ ਜਾਈਂ। ਰਾਂਝਾ ਸਵੇਰੋਂ ਸਵੇਰ ਹੀ ਟੁਰ ਪਿਆ ਤੇ ਚਨਾਹ ਦੇ ਕੰਢੇ ਤੇ ਅੱਪੜ ਗਿਆ। ਬੇੜੀ ਵਾਲੇ ਲੁੱਡਣ ਮਲਾਹ ਨੂੰ ਬਿਨ ਪੈਸਿਓਂ ਬੇੜੀ ਤੇ ਚਾੜ੍ਹਨ ਲਈ ਆਖਿਆ, ਪਰ ਉਹ ਨਾ ਮੰਨਿਆ। ਲੋਕਾਂ ਨੂੰ ਵੰਝਲੀ ਵਜਾ ਕੇ ਰਾਂਝੇ ਨੇ ਖੁਸ਼ ਕੀਤਾ ਤੇ ਫਿਰ ਲੋਕਾਈ ਦੇ ਕਹਿਣ ਉੱਤੇ ਹੀ ਲੁੱਡਣ ਉਸ ਨੂੰ ਨਾਲ ਬਿਠਾ ਲਿਆ। ਉਹ ਹੀਰ ਦੇ ਪਿੰਡ ਜਾ ਪੜਿਆ ਤੇ ਬੇਲੇ ਵਿੱਚ ਹੀਰ ਦੇ ਪਲੰਗ ਤੇ ਜਾ ਸੋ ਗਿਆ। ਇਹ ਹੀਰ ਦਾ ਪਲੰਗ ਸੀ ਜਿੱਥੇ ਉਹ 60 ਸਹੇਲੀਆਂ ਨਾਲ ਆਂਦੀ ਤੇ ਆਲੇ ਦੁਆਲੇ ਹੀ ਖੇਡਦੀ ਹੁੰਦੀ ਸੀ। ਜਦੋਂ ਮਾਈਆਂ ਨੇ ਪਿੰਡ ਜਾ ਕੇ ਹੀਰ ਨੂੰ ਦੱਸਿਆ ਕਿ ਕੋਈ ਉਸ ਦੇ ਪਲੰਗ ਉੱਤੇ ਸੁੱਤਾ ਏ, ਤਾਂ ਉਹ 60 ਸਹੇਲੀਆਂ ਲੈ ਕੇ ਆਈ। ਆਣ ਕੇ ਵੇਖਿਆ ਤੇ ਗੁੱਸਾ ਚੜਿਆ। ਉਸ ਨੇ ਰਾਂਝੇ ਨੂੰ ਹਲੋਨਿਆ ਤੇ ਉੱਠ ਬੈਠਿਆ। ਰਾਂਝਾ ਉੱਠ ਕੇ ਆਖਿਆ, ਵਾਹ ਸੱਜਣ। ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਦੋਵੇਂ ਇੱਕ ਦੂਜੇ ਨੂੰ ਵੇਖਦੇ ਹੀ ਰਹਿ ਗਏ। ਸਲਾਹ ਇਹ ਹੋਈ, ਰਾਂਝਾ ਹੀਰ ਦੇ ਪਿਓ ਚੂਚਕ ਦੇ ਘਰ ਕਾਮਾ ਬਣ ਕੇ ਰਹਿ ਜਾਏਗਾ। ਉਹ ਮੰਨ ਪਿਆ। ਹੀਰ ਉਸ ਨੂੰ ਪਿਓ ਕੋਲ ਲੈ ਗਈ। ਧੀਦੋ ਦੀ ਤਾਰੀਫ ਕੀਤੀ। ਹੇਠਲੀਆਂ ਉਤਲੀਆਂ ਲਾ ਕੇ ਰਾਂਝੇ ਨੂੰ ਚਾਕ ਰਖਵਾ ਲਿਆ। ਰਾਂਝਾ ਚਾਕ ਬਣ ਕੇ ਬੇਲੇ ਵਿੱਚ ਮਾਲ ਡੰਗਰ ਲੈ ਜਾਂਦਾ। ਹੀਰ ਚੂਰੀ ਦਾ ਛੰਨਾ ਕੁੱਟ ਉਹਦੇ ਕੋਲ ਅੱਪੜ ਜਾਂਦੀ ਤੇ ਦੋਵੇਂ ਮੌਜਾਂ ਮਾਣਦੇ। ਇੱਥੇ ਰਾਂਝੇ ਨੂੰ ਪਹਿਲੀ ਵਾਰ 5 ਪੀਰ ਮਿਲੇ। ਉਹਨਾਂ ਵਿੱਚੋਂ ਖਾਜਾ ਖਿਜ਼ਰ ਨੇ ਤੁਰਰਾ, ਬਾਬਾ ਫਰੀਦ ਨੇ ਰੁਮਾਲ, ਲਾਲ ਸ਼ਹਿਬਾਜ਼ ਨੇ ਮੁੰਦਰਾ, ਸੈਯਦ ਜਲਾਲ ਬਖਾਰੀ ਨੇ ਖੰਜਰ ਤੇ ਪੀਰ ਬਹਾਉਦੀਨ ਜ਼ਿਕਰੀਆ ਮੁਲਤਾਨੀ ਨੇ ਇੱਕ ਖੁੰਡੀ ਤੇ ਬੁਰੀ ਮੱਝ ਦਿੱਤੀ। ਹੀਰ ਦਾ ਚਾਚਾ ਕੈਦੋ ਲੰਘਾ ਹੀਰ ਦੀ ਮਾਂ ਤੇ ਉਹਦੇ ਪਿਓ ਨੂੰ ਆ ਕੇ ਆਖਣ ਲੱਗਾ ਕਿ ਇਹ ਬੇਲੇ ਜਾ ਕੇ ਚਾਕ ਨਾਲ ਇਸ਼ਕ ਪਿਆਰ ਦੀ ਖੇਡ ਖੇਡਦੀ ਏ। ਹੀਰ ਦੇ ਮਾਪਿਆਂ ਨੂੰ ਸ਼ਰੀਕ ਮਿਹਣੇ ਦਿੰਦੇ ਨੇ। ਚੂਚਕ ਆਪਣੀ ਘਰਵਾਲੀ ਦੇ ਕਹਿਣ ਤੇ ਉਸ ਨੂੰ ਜਵਾਬ ਦੇ ਦਿੱਤਾ, ਪਰ ਉਸ ਦੇ ਜਾਣ ਨਾਲ ਹੀ ਮਾਲ ਡੰਗਰ ਜਿਵੇਂ ਕਾਬੂ ਵਿੱਚ ਨਾ ਆਏ। ਉਧਰ ਹੀਰ ਨੇ ਸਤਾਇਆ। ਆਖਰ ਚੂਚਕ ਤੇ ਉਹਦੀ ਘਰਵਾਲੀ ਨੇ ਸਲਾਹ ਕੀਤੀ ਤੇ ਉਸ ਨੂੰ ਲੈ ਆਏ। ਹੀਰ ਨੂੰ ਕਿਧਰੇ ਵਿਆਹ ਕੇ ਭੇਜ ਦਿਆਂਗੇ ਤੇ ਫਿਰ ਇਹਨੂੰ ਘਰੋਂ ਕੱਢ ਦਿਆਂਗੇ। ਚੂਚਕ ਨੇ ਜਾ ਕੇ ਰਾਂਝੇ ਨੂੰ ਮਨਾ ਲਿਆ। ਇਹ ਫਿਰ ਮੱਝੀ ਲੈ ਕੇ ਗਿਆ। ਹੀਰ ਮਗਰੇ ਚੂਰੀ ਦਾ ਛੰਨਾ ਲੈ ਕੇ ਅੱਪੜੀ। ਇੱਥੇ 5 ਪੀਰ ਦੂਜੀ ਵਾਰ ਮਿਲੇ। ਰਾਂਝੇ ਨੇ ਉਹਨਾਂ ਕੋਲੋਂ ਹੀਰ ਮੰਗੀ। ਉਹਨਾਂ ਆਖਿਆ, ਜਾਓ ਅਸਾਂ
ਹੀਰ ਨੂੰ ਰਾਂਝਾ ਤੇ ਰਾਂਝੇ ਨੂੰ ਹੀਰ ਬਖਸ਼ੀ। ਕੈਦੋ ਹੀਰ ਤੇ ਰਾਂਝੇ ਦੀ ਟੋਹ ਵਿੱਚ ਸੀ। ਇੱਕ ਦਿਨ ਹੀਰ ਚੂਰੀ ਦਾ ਛੰਨਾ ਲੈ ਕੇ ਗਈ, ਮਗਰੇ ਕੈਦੋ ਲਗਾ ਗਿਆ। ਉਹ ਪਾਣੀ ਲੈਣ ਗਿਆ, ਇਹ ਮੰਗਤਾ ਬਣ ਕੇ ਆਇਆ। ਰਾਂਝੇ ਨੇ ਰੁੱਗ ਭਰ ਚੂਰੀ ਦੇ ਦਿੱਤੀ, ਇਹ ਲੈ ਕੇ ਉੱਠ ਨੱਠਾ। ਹੀਰ ਆਈ ਤੇ ਰਾਂਝੇ ਨੇ ਗੱਲ ਦੱਸੀ। ਉਹ ਮਗਰ ਨੱਸੀ, ਰਾਹ ਵਿੱਚ ਉਸ ਨੂੰ ਫੜਿਆ ਤੇ ਕੁਝ ਚੂਰੀ ਡੁੱਲ ਗਈ, ਕੁਝ ਖੋਹ ਲਈ। ਇਹ ਚੂਰੀ ਲੈ ਕੇ ਨੱਸਿਆ, ਪਰ ਫਿਰ ਪਰੇ ਵਿੱਚ ਆਣ ਕੇ ਸਾਰੀ ਗੱਲ ਦੱਸੀ। ਚੂਚਕ ਡਾਢਾ ਸ਼ਰਮਿੰਦਾ ਹੋਇਆ। ਉਧਰ ਹੀਰ ਨੇ ਕੁੜੀਆਂ ਨੂੰ ਨਾਲ ਲੈ ਕੇ ਕੈਦੋ ਨੂੰ ਚੰਗੀ ਤਰ੍ਹਾਂ ਕੁੱਟਿਆ, ਪਰ ਕੈਦੋ ਨੇ ਇਹਨਾਂ ਦਾ ਖਹਿੜਾ ਨਾ ਛੱਡਿਆ। ਇੱਕ ਦਿਨ ਪਰੇ ਵਿੱਚ ਆਣ ਕੇ ਫਿਰ ਗੱਲ ਕੀਤੀ। ਚੂਚਕ ਆਪ ਘੋੜੀ ਤੇ ਚੜ੍ਹ ਕੇ ਵੇਖਣ ਗਿਆ ਤੇ ਹੀਰ ਨੂੰ ਰਾਂਝੇ ਕੋਲ ਵੇਖ ਕੇ ਲਾਲ ਪੀਲਾ ਹੋ ਗਿਆ। ਹੀਰ ਨੂੰ ਘਰ ਲਿਆ ਕੇ ਭਾਈਚਾਰੇ ਨਾਲ ਵਿਆਹ ਦੀ ਗੱਲ ਕੀਤੀ। ਉਹਨਾਂ ਸਲਾਹ ਦਿੱਤੀ, ਖੇੜੇ ਚੰਗੇ ਬੰਦੇ ਨੇ ਤੇ ਸਾਕ ਵੀ ਮੰਗਦੇ ਨੇ, ਉਹਨਾਂ ਦੇ ਮੁੰਡੇ ਸੈਦੇ ਨਾਲ ਵਿਆਹ ਹੋਣਾ ਚਾਹੀਦਾ। ਚੂਚਕ ਨੇ ਬਰਾਦਰੀ ਦਾ ਕਹਿਣਾ ਮੰਨ ਕੇ ਹਾਂ ਕਰ ਦਿੱਤੀ। ਖੈੜੇ ਜੰਝ ਲੈ ਕੇ ਆਏ। ਇੱਧਰ ਹੀਰ ਕੁੜੀਆਂ ਰਾਂਝੇ ਨੂੰ ਜਾ ਕੇ ਆਖਿਆ, ਉਹਦੇ ਵਿਆਹ ਦੇ ਸਮਾਨ ਹੋ ਰਹੇ ਨੇ, ਤੂੰ ਉਹਨੂੰ ਪੁੱਛਦੇ ਸਹੀ, ਤੇਰੇ ਨਾਲ ਉਸ ਕਰਾਰ ਕੀਤਾ ਹੋਇਆ ਸੀ। ਉਧਰ ਕੁੜੀਆਂ ਹੀਰ ਨੂੰ ਆਖਿਆ, ਇਹ ਕੀ ਤੂੰ ਤੇ ਰਾਂਝੇ ਨਾਲ ਇਸ਼ਕ ਕਰਦੀ ਸੈਂ? ਉਸ ਕਿਹਾ, ਤੁਸੀਂ ਉਸ ਨੂੰ ਕੁੜੀ ਬਣਾ ਕੇ ਮੇਰੇ ਕੋਲ ਲੈ ਆਓ। ਉਹਨਾਂ ਉਸੇ ਤਰ੍ਹਾਂ ਕੀਤਾ। ਰਾਂਝਾ ਕੁੜੀਆਂ ਵਿੱਚ ਕੁੜੀ ਬਣ ਕੇ ਆਇਆ ਤੇ ਹੀਰ ਆਖਿਆ, ਮੈਂ ਤੈਨੂੰ ਕਈ ਵਾਰ ਆਖਿਆ ਸੀ ਮੈਨੂੰ ਲੈ ਚੱਲ। ਰਾਂਝੇ ਆਖਿਆ, ਹੀਰੇ ਇਸ਼ਕ ਉਦਾਲਿਆਂ ਨਾਲ ਸਵਾਦ ਨਹੀਂ ਦਿੰਦਾ। ਹੀਰ ਆਖਿਆ, ਫਿਰ ਮੈਂ ਬੇਵੱਸ ਹਾਂ, ਕੀ ਕਰ ਸਕਦੀ। ਹੀਰ ਦਾ ਵਿਆਹ ਹੋਣ ਲੱਗਾ। ਕਾਜ਼ੀ ਨਿਕਾਹ ਪੜ੍ਹਨ ਆਇਆ। ਹੀਰ ਨਾ ਮੰਨੇ, ਬਥੇਰੇ ਸਵਾਲ ਜਵਾਬ ਕੀਤੇ। ਆਖਰ ਉਸ ਤੱਕੋ ਤੱਕੀ ਨਿਕਾਹ ਪੜ੍ਹਿਆ ਤੇ ਡੋਲੀ ਤੋਰਨ ਦੀ ਕੀਤੀ। ਇੱਥੇ ਸਹੁਰੇ ਆਣ ਕੇ ਹੀਰ ਨੇ ਇੱਕ ਕੁੜੀ ਦੇ ਹੱਥ, ਜਿਹੜੀ ਇੱਥੋਂ ਦੀ ਰਹਿਣ ਵਾਲੀ ਤੇ ਹੀਰ ਦੇ ਪਿੰਡ ਵਿਆਹੀ ਹੋਈ ਸੀ, ਜਦ ਸਹੁਰੇ ਘਰ ਚੱਲੀ, ਰਾਂਝੇ ਨੂੰ ਲਿਖ ਭੇਜਿਆ, ਤੂੰ ਜੋਗੀ ਬਣ ਕੇ ਆ ਜਾ। ਕੁੜੀ ਨੇ ਆ ਕੇ ਰਾਂਝੇ ਨੂੰ ਦੱਸਿਆ। ਉਹ ਹੀਰ ਦਾ ਆਖਿਆ ਮੰਨ ਕੇ ਟਿੱਲੇ ਵੱਲ ਟੁਰ ਪਿਆ। ਰਾਂਝਾ ਬਾਲਨਾਥ ਦੇ ਟਿੱਲੇ ਗਿਆ ਤੇ ਉਸ ਨੂੰ ਆਖਣ ਲੱਗਿਆ, ਮੈਨੂੰ ਚੇਲਾ ਕਰ ਲੋ। ਬਾਲਨਾਥ ਪਹਿਲੋਂ ਤੇ ਨਾ ਮੰਨਿਆ, ਬੜੇ ਸਵਾਲ ਜਵਾਬ ਕੀਤੇ, ਆਖਰ ਮੰਨ ਗਿਆ। ਉਸ ਰਾਂਝੇ ਨੂੰ ਪਰੋੜ ਪੋੜ ਕਰਕੇ ਸਵਾਹ ਮੱਲੀ, ਮੁੰਦਰਾ ਪਾਇਆ ਤੇ ਆਖਿਆ, ਜਾ ਬੱਚਾ, ਵੱਡੀ ਨੂੰ ਮਾਂ ਸਮਝੀ ਤੇ ਛੋਟੀ ਨੂੰ ਭੈਣ ਜਾਣੀ। ਕਾਮ ਕ੍ਰੋਧ ਦੇ ਨੇੜੇ ਨਾ ਜਾਈ। ਰਾਂਝੇ ਆਖਿਆ, ਐਸ ਇਸ਼ਕ ਲਈ ਤੇ ਮੈਂ ਜੋਗ ਲਿੱਤਾ ਏ, ਤੁਸੀਂ ਐਸੇ ਤੋਂ ਮਨਾ ਕਰਦੇ ਹੋ। ਗੁਰੂ ਨੇ ਥਾਪਣਾ ਲਾ ਕੇ ਆਖਿਆ, ਜਾ, ਰੱਬ ਤੇਰੇ ਕੰਮ ਸੰਵਾਰੇ। ਰਾਂਝਾ ਜੋਗੀ ਹੋ ਕੇ ਰੰਗਪੁਰ ਖੇੜਿਆਂ ਵੱਲ ਆਇਆ। ਪਿੰਡ ਦੀ ਜੂਹ ਕੋਲ ਅਪੜਿਆ ਤੇ ਉੱਥੇ ਐਸ ਨੂੰ ਅਯਾਲੀ ਮਿਲਿਆ, ਜਿਹੜਾ ਭੇਡਾਂ ਬੱਕਰੀਆਂ ਚਾਰਦਾ ਸੀ। ਰਾਂਝੇ ਨੇ ਪੁੱਛਿਆ, ਇਹ ਕਿਹੜੀ ਨਗਰੀ ਏ? ਅੱਗੋਂ ਅਯਾਲੀ ਆਖਿਆ, ਕਿਉਂ ਯਮਲੀਆਂ ਲਾਂਦਾ ਏ? ਤੂੰ ਚੂਚਕ ਦਾ ਚਾਕ ਏ? ਹੀਰ ਦੀ ਖਾਤਰ ਉਸ ਦੀਆਂ ਮੱਝਾਂ ਗਾਈਆਂ ਚਰਾਂਦਾ ਰਿਹਾ ਏ, ਹੁਣ ਹੀਰ ਦੀ ਖਾਤਰ ਜੋਗੀ ਬਣ ਕੇ ਆਇਆ? ਰਾਂਝੇ ਉਸ ਨੂੰ ਬਥੇਰਾ ਪੁਚਲਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ। ਅਖੀਰ ਪਰਦਾ ਚਾਕ ਹੋਣ ਤੋਂ ਡਰ ਕੇ ਰਾਂਝਾ ਨਿਉ ਗਿਆ। ਆਖਣ ਲੱਗਾ, ਤੂੰ ਠੀਕ ਆਖਦਾ ਏ। ਅਯਾਲੀ ਨੇ ਰਾਂਝੇ ਨੂੰ ਖੇੜਿਆਂ ਤੇ ਸਹਿਤੀ ਬਾਰੇ ਗੱਲਾਂ ਦੱਸੀਆਂ। ਰਾਂਝੇ ਅੱਗੇ ਵਧਣ ਦਾ ਹੌਸਲਾ ਕੀਤਾ। ਖੂਹ ਤੇ ਕੁੜੀਆਂ ਪਾਣੀ ਭਰਦੀਆਂ ਸਨ। ਰਾਂਝੇ ਨੇ ਉਹਨਾਂ ਤੋਂ ਪਿੰਡ ਬਾਰੇ ਪੁੱਛ-ਗਛ ਕੀਤੀ ਤੇ ਆਖਿਆ, ਕਨੀਨਾ ਜਾਕ ਆਖਣਾ ਕਿ ਸਾਡੇ ਪਿੰਡ ਇੱਕ ਕਰਨੀ ਵਾਲਾ ਜੋਗੀ ਆਇਆ ਹੈ। ਕੁੜੀਆਂ ਨੇ ਘਰੋਂ ਘਰੀ ਜਾ ਆਖਿਆ। ਉਹਨਾਂ ਇਹ ਵੀ ਜਾਣ ਲਿਆ ਜੇ ਭਾਵੇਂ ਇਹ ਹੀਰ ਦਾ ਚਾਹਵਾਨ ਹੈ। ਜਦ ਰਾਂਝਾ ਪਿੰਡ ਮੰਗਣ ਲਈ ਗਿਆ, ਸੈਤੀ ਨਾਲ ਰਿੜਕਾ ਲਾ ਬੈਠਾ। ਕਾਫੀ ਦੇਰ ਸਵਾਲ ਜਵਾਬ ਕੀਤੇ,
ਇਹਦੇ ਨਾਲ ਹੀਰ ਨਾਲ ਇਸ਼ਾਰੇਬਾਜ਼ੀ ਤੇ ਅੱਖ ਮਟੱਕਾ ਕਰਦਾ ਰਿਹਾ। ਸੈਤੀ ਨੂੰ ਪਤਾ ਲੱਗ ਗਿਆ। ਉਸ ਰਬੀਲ ਬਾਂਦੀ ਨੂੰ ਆਖਿਆ, ਇਸ ਨੂੰ ਖੈਰ ਪਾ ਤੇ ਕੱਢ। ਉਸ ਇੰਝ ਹੀ ਕੀਤਾ। ਇਸ ਖਪਰੀ ਹੱਥੋਂ ਛੱਡ ਦਿੱਤੀ, ਉਹ ਟੁੱਟ ਗਈ। ਇਸ ਰੋਣਾ ਪਾਤਾ, ਮੱਕਰ ਖਿਲਾਰ ਕੇ ਬੈਠ ਗਿਆ। ਸੈਤੀ ਨੂੰ ਮੁਰਾਦ ਬਲੋਚ ਦਾ ਤਾਨਾ ਦਿੱਤਾ। ਸੈਤੀ ਗੁੱਸੇ ਵਿੱਚ ਆ ਗਈ। ਬਾਂਦੀ ਨਾਲ ਮਿਲ ਕੇ ਰਾਂਝੇ ਨੂੰ ਕੁੱਟਿਆ। ਇਹ ਰਾਂਝਾ ਉਹਨਾਂ ਦੋਵਾਂ ਦੀ ਭਗਤ ਸਵਾਰੀ। ਪਰ ਫਿਰ ਹੀਰ ਦੇ ਕਹਿਣ ਤੇ ਛੱਡ ਕੇ ਚਲਾ ਗਿਆ ਤੇ ਪਿੰਡੋਂ ਬਾਹਰ ਜਾ ਕੇ ਕਾਲੇ ਬਾਗ ਵਿੱਚ ਧੂਣੀ ਤੁਖਾ ਕੇ ਬਹਿ ਗਿਆ। ਜੁਮੇ ਦੇ ਦਿਨ ਕੁੜੀਆਂ ਤ੍ਰਿੰਜਣ ਵਿੱਚ ਛੁੱਟੀ ਕਰਕੇ ਕਾਲੇ ਬਾਗ ਵੱਲ ਧਾਵਾ ਕੀਤਾ। ਉੱਥੇ ਜਾ ਕੇ ਰਾਂਝੇ ਦੀ ਮਿੱਟੀ ਖਰਾਬ ਕੀਤੀ, ਹੁੱਕਾ ਭੰਨਿਆ, ਭੰਗ ਅਫੀਮ ਡੋਲੀ, ਖੱਪਰ ਤੋੜ ਦਿੱਤਾ। ਉਸ ਡੰਡਾ ਫੜਿਆ ਤੇ ਸਭ ਨੱਸ ਗਈਆਂ। ਇੱਕ ਕੁੜੀ ਕਾਬੂ ਆ ਗਈ। ਉਸ ਆਖਿਆ, ਮੈਨੂੰ ਨਾ ਮਾਰ, ਮੈਂ ਹੀਰ ਦੀ ਭਤੀਜੀ ਲੱਗਦੀ ਹਾਂ। ਮੈਨੂੰ ਪਤਾ ਹੈ ਉਹ ਤੇਰੀ ਬੇਲਾ ਨੇ, ਤੂੰ ਮੈਨੂੰ ਸੁਨੇਹਾ ਦੇ। ਮੈਂ ਤੇਰਾ ਸੁਨੇਹਾ ਉਸ ਨੂੰ ਜਾ ਆਖਾਂਗੀ। ਇਹ ਸੁਨੇਹਾ ਦਿੱਤਾ। ਕੁੜੀ ਨੇ ਹੀਰ ਨੂੰ ਜਾ ਆਖਿਆ। ਹੀਰ ਨੇ ਮਿੰਨਤਾਂ ਤਰਲੇ ਕਰਕੇ ਸੈਤੀ ਨੂੰ ਰਾਜ਼ੀ ਕੀਤਾ। ਉਹ ਮੰਨ ਗਈ। ਸੈਤੀ ਖੰਡ ਮਿਲਾਈ ਦਾ ਥਾਲ ਭਰਿਆ, ਉੱਤੇ 5 ਰੁਪਏ ਰੱਖੇ ਤੇ ਲੈ ਕੇ ਰਾਂਝੇ ਨੂੰ ਮਿਲਣ ਗਈ। ਰਾਂਝੇ ਸੈਤੀ ਨੂੰ ਆਂਦਿਆਂ ਵੇਖਿਆ ਤੇ ਮੂੰਹ ਫੇਰ ਲਿਆ। ਉਹ ਸਲਾਮ ਕੀਤਾ। ਉਸ ਸਲਾਮ ਦਾ ਕੋਈ ਜਵਾਬ ਨਾ ਦਿੱਤਾ। ਸੈਤੀ ਆਖਿਆ, ਜੇ ਐਡਾ ਕਰਾਮਤੀ ਬਹਾਨਾ ਹੈ ਤੇ ਦੱਸ ਖਾਂ ਮੈਂ ਕੀ ਲਿਆਈ ਹਾਂ। ਰਾਂਝੇ ਆਖਿਆ, ਖੰਡ ਚੌਲਾਂ ਦਾ ਪੂਰਾ ਥਾਲ ਏ ਤੇ ਉੱਤੇ 5 ਪੈਸੇ ਹਨ। ਸੈਤੀ ਇਹ ਸੁਣ ਕੇ ਖਿੜਕ ਖੜਾ ਕੇ ਹੱਸੀ ਤੇ ਮਖੌਲ ਕਰਨ ਲੱਗੀ। ਤੂੰ ਥਾਲ ਵੱਲ ਤੇ ਵੇਖ। ਉਸ ਵੇਖਿਆ ਤੇ ਸੱਚਮੁੱਚ ਹੀ ਸੀ। ਆਖਣ ਲੱਗੀ, ਅੱਜ ਤੋਂ ਤੂੰ ਗੁਰੂ ਤੇ ਮੈਂ ਚੇਲੀ। ਜੋਗੀ ਕਿਹਾ, ਤੇਰੀ ਪਿਛਲੀ ਭੁੱਲ ਤਕਸੀਰ ਮਾਫ, ਹੁਣ ਕਿਸੇ ਤਰ੍ਹਾਂ ਹੀਰ ਨੂੰ ਮਿਲਾ। ਸੈਤੀ ਆਖਿਆ, ਮੈਂ ਅੱਜ ਹੀ ਉਸ ਨੂੰ ਜਾ ਕੇ ਘੱਲਨੀ ਆ। ਸੈਤੀ ਘਰ ਆ ਕੇ ਹੀਰ ਨੂੰ ਕਿਹਾ। ਉਹ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਕਾਲੇ ਬਾਗ ਜੋਗੀ ਨੂੰ ਮਿਲਣ ਗਈ। ਜਦ ਮੁੜ ਕੇ ਆਈ, ਸੈਤੀ ਮਾਂ ਨੂੰ ਆਖਿਆ, ਸੋਨੇ ਵਰਗੀ ਨੂੰਹ ਅੰਦਰ ਵਾੜ ਕੇ ਮਾਰ ਛੱਡੀਓ, ਕਦੀ ਐਸ ਨੂੰ ਬਾਹਰ ਦੀ ਹਵਾ ਲੈਣ ਦੇ। ਉਸ ਕਿਹਾ, 100 ਵਾਰੀ ਜਾਓ। ਸੈਤੀ ਆਪਣੀਆਂ ਸਹੇਲੀਆਂ ਨੂੰ, ਜਿਹੜੀਆਂ ਹਰ ਕੌਮ ਦੀਆਂ ਸਨ, ਆਖਿਆ, ਸਵੇਰੇ ਮੂੰਹ ਹਨੇਰੇ ਉੱਧਰ ਆ ਜਾਓ, ਕਪਾਹ ਚੁਣਨ ਚੱਲਣਾ ਹੈ। ਸਾਰੀਆਂ ਆ ਗਈਆਂ। ਉਹਨਾਂ ਰਸਤੇ ਵਿੱਚ ਡਾਢਾ ਅਧਮੋਲ ਚੁਣਿਆ, ਨੱਚਦੀਆਂ ਟੱਪਦੀਆਂ, ਸਾਂਗ ਲਾਉਂਦੀਆਂ ਹੋਈਆਂ ਉੱਥੇ ਅੱਪੜ ਗਈਆਂ। ਕਪਾਹ ਚੁਣਦਿਆਂ ਸੈਤੀ ਕਿੱਕਰ ਦਾ ਇੱਕ ਕੰਢਾ ਲੈ ਕੇ ਹੀਰ ਦੇ ਪੈਰ ਵਿੱਚ ਚੋਭਿਆ ਤੇ ਦੰਦ ਮਾਰ ਕੇ ਥੋੜ੍ਹਾ ਜਿਹਾ ਲਹੂ ਕੱਢਿਆ। ਹੀਰ ਡਾਮ ਲਾ ਕੇ ਡਿੱਗ ਪਈ ਤੇ ਖੱਪ ਪੈ ਗਈ। ਹੀਰ ਨੂੰ ਸੱਪ ਲੜ ਗਿਆ ਏ। ਬੜੀ ਧੁੰਮ ਸ਼ੋਰ ਦੇ ਨਾਲ ਪਿੰਡ ਆਂਦੀ ਸਾਰੇ ਆਸ-ਪਾਸ ਦੇ ਹਕੀਮ ਤੇ ਮਾਂਦਰੀ ਬੁਲਾਏ, ਪਰ ਕੋਈ ਆਰਾਮ ਨਾ ਆਇਆ। ਸੈਤੀ ਕਿਹਾ, ਕਾਲੇ ਬਾਗ ਵਿੱਚ ਜੋਗੀ ਆਇਆ, ਉਹਨੂੰ ਲਿਆਓ। ਆਜਰ ਨੇ ਸੈਦੇ ਨੂੰ ਕਿਹਾ, ਤੂੰ ਆਪ ਜਾ ਕੇ ਲਿਆ। ਉਹ ਗਿਆ। ਜਦ ਜੋਗੀ ਕੋਲ ਗਿਆ, ਉਹਦੇ ਚੌਂਕੇ ਵਿੱਚ ਜੁੱਤੀ ਸਮੇਤ ਵੜ ਗਿਆ। ਐਸ ਤੇ ਜੋਗੀ ਬੜਾ ਗਰਮ ਹੋਇਆ। ਜਦ ਐਸ ਨੇ ਸਾਰੀ ਗੱਲ ਦੱਸੀ, ਉਸ ਆਖਿਆ, ਮੇਰਾ ਮੰਤਰ ਵਿਆਹੀਆਂ ਤੇ ਨਹੀਂ ਫੁਰਦਾ। ਸੈਦੇ ਆਖਿਆ, ਉਹ ਵਿਆਹੀ ਤੇ ਜ਼ਰੂਰ ਏ, ਪਰ ਅਜੇ ਕੁਮਾਰੀਆਂ ਵਾਂਗ ਅਣਛੂਤ ਏ। ਮੈਨੂੰ ਅੱਜ ਤੱਕ ਉਸ ਨੇ ਨੇੜੇ ਨਹੀਂ ਟੁੱਕਣ ਦਿੱਤਾ। ਜੋਗੀ ਝੋਲ ਵਿੱਚੋਂ ਛੁਰੀ ਕੱਢੀ, ਫਿਰ ਸੈਦੇ ਦੀ ਧੌਣ ਤੇ ਧਰੀ ਤੇ ਆਖਿਆ, ਸੱਚ ਦੱਸ। ਉਸ ਕਸਮ ਖਾਧੀ, ਹੀਰ ਅਣਛੂਤ ਏ, ਇਹ ਯਕੀਨ ਕਰ ਲੈ। ਜੋਗੀ ਨੇ ਉਹਨੂੰ ਖੂਬ ਮਾਰਿਆ। ਉਹ ਮਾਰ ਖਾ ਕੇ ਘਰ ਆ ਗਿਆ। ਅੱਜੂ ਕਿਹਾ, ਵੇਖੋ ਕਿੰਨਾ ਕਹਿ ਰਹੇ। ਅੱਜ ਕੱਲ੍ਹ ਦੇ ਜੋਗੀ ਕਿੱਥੇ ਉਹਦੇ ਮੰਨਦੇ ਹਨ। ਸੈਤੀ ਕਿਹਾ, ਇਹ ਵੀ ਘੱਟ ਨਹੀਂ, ਇਹ ਵੀ ਬੜੀ ਆਕੜ ਵਿੱਚ ਰਹਿੰਦਾ ਏ। ਭਲਾ ਫਕੀਰ ਲੋਕ ਕਿਸੇ ਦੀ ਕੀ ਪਰਵਾਹ ਕਰਦੇ। ਤੂੰ ਆਪ ਜਾ ਤੇ ਉਸ ਨੂੰ ਲਿਆ। ਪਹਿਲੋਂ ਰਾਂਝੇ ਨੇ ਨਾ ਕੀਤੀ, ਫਿਰ ਮੰਨ ਗਿਆ। ਨਾਲ ਆਇਆ ਤੇ ਆਖਣ ਲੱਗਾ, ਇੱਕ ਵੱਖਰੇ ਕੋਠੇ ਵਿੱਚ ਐਸ ਦੀ ਮੰਜੀ ਢਾ ਦਿਓ, ਕੋਈ ਤੀਵੀਂ ਮਰਦ ਇੱਧਰੋਂ ਨਾ ਲੰਘੇ, ਨਾ ਕੋਈ ਕੋਲ ਆਵੇ।
ਹਾਂ, ਸਿਰਫ ਇੱਕ ਕੁਆਰੀ ਕੁੜੀ ਕੋਲ ਆ ਸਕਦੀ ਏ। ਉਹਨਾਂ ਡੂਮਾਂ ਦੇ ਕੋਠੇ ਡੇਰਾ ਕਰ ਦਿੱਤਾ ਤੇ ਸਾਰਾ ਪ੍ਰਬੰਧ ਸੈਤੀ ਦੇ ਹੱਥ ਵੱਸ ਕੀਤਾ। ਅੱਧੀ ਰਾਤੀ ਜਦ ਸਾਰੇ ਸੌਂ ਗਏ, ਚਾਹ ਪਾਂ ਮੱਠੀ ਪੈ ਗਈ। ਰਾਂਝੇ ਪੀਰਾਂ ਨੂੰ ਯਾਦ ਕੀਤਾ। ਪੀਰ ਬਹਾਉਦੀਨ ਜ਼ਿਕਰੀਆ ਨੇ ਧਮਕ ਦੇ ਕੇ ਪਿਛਲੇ ਪਾਸਿਓਂ ਕੰਧ ਢਾਹ ਦਿੱਤੀ ਤੇ ਆਖਿਆ, ਜਾਓ, ਰੱਬ ਤੁਹਾਡਾ ਰਾਖਾ ਹੋਵੇ। ਸੈਤੀ ਆਖਿਆ, ਮੈਂ ਤੁਹਾਡਾ ਕੰਮ ਕੀਤਾ ਏ, ਮੇਰਾ ਵੀ ਹੁਣ ਕੰਮ ਕਰੋ। ਰੱਬ ਅੱਗੇ ਅਰਜ਼ ਕਰੋ, ਮੇਰਾ ਮਹਿਬੂਬ ਮੁਰਾਦ ਮੈਨੂੰ ਮਿਲ ਜਾਏ। ਰਾਂਝੇ ਨੇ ਦੁਆ ਕੀਤੀ। ਪੀਰਾਂ ਆਖਿਆ, ਇਹਦੀ ਮੁਰਾਦ ਵੀ ਹੁਣੇ ਪੂਰੀ ਹੋ ਜਾਏਗੀ। ਐਨੇ ਚਿਰ ਨੂੰ ਮੁਰਾਦ ਊਂਠਣੀ ਤੇ ਸਵਾਰ ਆ ਗਿਆ। ਉਹ ਸੈਤੀ ਨੂੰ ਨਾਲ ਬਿਠਾ ਕੇ ਲੈ ਉੱਡਿਆ ਤੇ ਇੱਧਰ ਰਾਂਝਾ ਹੀਰ ਨੂੰ ਨਾਲ ਲੈ ਕੇ ਖਿਸਕ ਗਿਆ। ਦਿਨ ਚੜ੍ਹਿਆ। ਹੀਰ ਤੇ ਸੈਤੀ ਦੇ ਨਿਕਲ ਜਾਣ ਦੀ ਖੱਪ ਪੈ ਗਈ। ਖੇੜਿਆਂ ਵਾਰਾਂ ਭੇਜੀਆਂ। ਪਹਿਲੇ ਉਹ ਮੁਰਾਦ ਨੂੰ ਮਿਲੀਆਂ, ਪਰ ਬਲੋਚਾ ਮੁਕਾਬਲਾ ਕਰਕੇ ਮਾਰ ਭਜਾਈਆਂ ਤੇ ਉਹ ਸੈਤੀ ਨੂੰ ਨਾਲ ਲੈ ਕੇ ਚਲੇ ਗਏ। ਦੂਜੀਆਂ ਵਾਰਾਂ ਰਾਂਝੇ ਨੂੰ ਮਿਲੀਆਂ। ਉਹ ਹੀਰ ਦੇ ਪੱਟ ਤੇ ਸਿਰ ਰੱਖ ਕੇ ਸੁੱਤਾ ਪਿਆ ਸੀ। ਉਹਨਾਂ ਫੜ ਲਿਆ ਤੇ ਹੀਰ ਆਖਿਆ, ਰਾਂਝਿਆ, ਰਾਜਾ ਅਦਲੀ ਰਾਜ ਕਰਦਾ ਏ। ਖੜੀ ਬਾਂਹ ਕਰਕੇ ਕੂਕ। ਹੀਰ ਨੂੰ ਖੇੜੇ ਲੈ ਗਏ। ਰਾਂਝੇ ਨੂੰ ਅੱਧ ਮੋਇਆ ਕਰਕੇ ਹੀਰ ਖੋਹ ਲਈ। ਰਾਂਝਾ ਰਾਜੇ ਆ ਗਏ। ਜਾ ਕੂਕਿਆ। ਰਾਂਝਾ ਰਾਜੇ ਅੱਗੇ ਜਾ ਕੂਕਿਆ। ਉਸ ਸਿਪਾਹੀ ਭੇਜ ਕੇ ਖੇੜੇ ਫਿਰ ਮੰਗਵਾ ਲਏ। ਰਾਂਝੇ ਆਖਿਆ, ਮੈਂ ਫਕੀਰ ਹਾਂ। ਫਕੀਰਨੀ ਤੇ ਹੀਰ ਫਕੀਰਨੀ ਹੈ। ਹੀਰ ਨੂੰ ਖੇੜੇ ਲੈ ਗਏ। ਰਾਂਝੇ ਨੂੰ ਅੱਧ ਮੋਇਆ ਕਰਕੇ ਹੀਰ ਖੋਹ ਲਈ। ਰਾਂਝੇ ਰਾਜੇ ਅੱਗੇ ਜਾ ਕੂਕਿਆ। ਉਹ ਸਿਪਾਹੀ ਘੱਲ ਕੇ ਖੇੜੇ ਫੇਰ ਮੰਗਵਾਏ। ਰਾਂਝੇ ਆਖਿਆ, ਮੈਂ ਫਕੀਰ ਹਾਂ, ਇਹ ਹੀਰ ਫਕੀਰਨੀ ਹੈ। ਇਹਨਾਂ ਸੋਹਣੀ ਰਨ ਵੇਖ ਕੇ ਮੈਥੋਂ ਖੋਹ ਲਈਏ, ਮੇਰਾ ਇਨਸਾਫ ਕਰੋ। ਖੇੜਿਆਂ ਆਖਿਆ, ਇਹ ਝੂਠ ਬੋਲਦਾ ਏ, ਅਸਾਂ ਆਪ ਵਿਆਹ ਕੇ ਆਂਦੀ ਸੀ। ਅਸਾਂ ਜੋਗੀ ਸਮਝ ਕੇ ਇਲਾਜ ਲਈ ਇਸ ਨੂੰ ਆਂਦਾ ਸੀ, ਪਰ ਇਹ ਸਾਡੀ ਕੁੜੀ ਖਿਸਕਾ ਕੇ ਤੁਰ ਪਿਆ। ਰਾਂਝੇ ਨੇ ਮੁਕੱਦਮਾ ਕਾਜ਼ੀ ਕੋਲ ਘੱਲ ਦਿੱਤਾ। ਉਸ ਦੋਵਾਂ ਦਾ ਬਿਆਨ ਲੈ ਕੇ ਹੀਰ ਖੇੜਿਆਂ ਨੂੰ ਦੇ ਦਿੱਤੀ। ਹੀਰ ਤੇ ਰਾਂਝੇ ਦੋਵਾਂ ਬਦੁਆ ਕੀਤੀ, ਰੱਬਾ ਇਸ ਸ਼ਹਿਰ ਨੂੰ ਅੱਗ ਲਾ। ਕਰਨੀ ਰੱਬ ਦੀ, ਸ਼ਹਿਰ ਨੂੰ ਅੱਗ ਲੱਗ ਗਈ। ਲੋਕਾਂ ਹਾਲ ਪੁਕਾਰ ਕੀਤੀ। ਰਾਜੇ ਫਿਰ ਹੁਕਮ ਦਿੱਤਾ ਤੇ ਹੀਰ ਖੇੜਿਆਂ ਕੋਲੋਂ ਖੋਹ ਕੇ ਰਾਂਝੇ ਨੂੰ ਦੇ ਦਿੱਤੀ। ਰਾਂਝਾ ਹੀਰ ਨੂੰ ਲੈ ਕੇ ਆ ਰਿਹਾ ਸੀ ਕਿ ਰਸਤੇ ਵਿੱਚ ਪਹਾੜੀ ਔਰਤਾਂ ਮਿਲੀਆਂ। ਇੱਥੋਂ ਲੰਘ ਕੇ ਦੋਵੇਂ ਝੰਗ ਦੀ ਜੂਹ ਵਿੱਚ ਆਏ। ਹੀਰ ਦੇ ਮਾਪਿਆਂ ਨੂੰ ਪਤਾ ਲੱਗਾ। ਉਹ ਰਾਂਝੇ ਨੂੰ ਘਰ ਲੈ ਗਏ। ਨਹਾ ਧੁਆ ਕੇ ਪੋਸ਼ਾਕ ਪਵਾਈ, ਰੋਟੀ ਖਵਾਈ ਤੇ ਆਖਿਆ, ਜਾ ਤੂੰ ਜੰਝ ਲੈ ਕੇ ਆ ਤੇ ਐਸ ਨੂੰ ਵਿਆਹ ਕੇ ਲੈ ਜਾ। ਰਾਂਝੇ ਦੀ ਆਪਣੀ ਮਰਜ਼ੀ ਵੀ ਇੰਝ ਸੀ। ਹੀਰ ਵੀ ਆਖਿਆ ਸੀ, ਮੈਂ ਉਦਲ ਕੇ ਨਹੀਂ ਜਾਣਾ ਚਾਹੁੰਦਾ। ਰਾਂਝਾ ਘਰ ਗਿਆ। ਭਰਾਵਾਂ ਭਰਜਾਈਆਂ ਨੂੰ ਮਿਲਿਆ। ਜੰਝ ਦੀ ਤਿਆਰੀ ਕੀਤੀ। ਇੱਧਰ ਖੇੜਿਆਂ ਦਾ ਨਾਈ ਝੰਗ ਆ ਗਿਆ। ਪਰ ਸਿਆਲਾਂ ਆਖਿਆ, ਤੁਸਾਂ ਸਾਡੇ ਨਾਲ ਕਿਹੜੀ ਨੇਕੀ ਕੀਤੀ ਏ? ਜਦ ਦੀ ਕੁੜੀ ਵਿਆਹੀ ਤੁਸਾਂ ਸਾਨੂੰ ਉਸ ਦੀ ਮੁੜ ਸ਼ਕਲ ਨਾ ਵਿਖਾਈ। ਜਾਓ, ਹੁਣ ਸਾਡਾ ਤੁਹਾਡਾ ਕੋਈ ਤਾਲੁਕ ਵਾਸਤਾ ਨਹੀਂ। ਇੱਧਰ ਸਿਆਲਾਂ ਵਿਚਾਰ ਕੀਤੀ, ਜੇ ਹੀਰ ਅਸਾਂ ਰਾਂਝੇ ਨਾਲ ਤੋਰ ਦਿੱਤੀ ਏ, ਸਾਡੀ ਇੱਜ਼ਤ ਨਹੀਂ ਰਹਿਣੀ। ਉਹਨਾਂ ਸਲਾਹ ਕਰਕੇ ਹੀਰ ਨੂੰ ਜ਼ਹਿਰ ਦੇ ਦਿੱਤਾ। ਉਹਦੇ ਮਰਨ ਦੇ 8 ਪਹਿਰ ਮਗਰੋਂ ਲਾਗੀ ਹੱਥ ਰਾਂਝੇ ਨੂੰ ਸੁਨੇਹਾ ਘੱਲ ਦਿੱਤਾ, ਹੀਰ ਮਰ ਗਈ ਏ। ਜਦ ਰਾਂਝੇ ਸੁਣਿਆ, ਉਸ ਫਰਾਦ ਵਾਂਗੂ ਆਹ ਭਰੀ ਤੇ ਜਾਨ ਦੇ ਦਿੱਤੀ।